ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਦਾ ਆਪਣਾ ਟੌਪਿਕ ਹੈਗਾ ਹੈ ਚੀਫ ਮਿਨਿਸਟਰ ਤੇ ਕਾਊਂਸਲ ਆਫ ਮਿਨਿਸਟਰਸ। ਮਤਲਬ ਤੁਹਾਡੇ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਨਾਲ ਜਿਹੜੀ ਹੁੰਦੇ ਆ ਕਾਊਂਸਲ ਆਫ ਮਿਨਿਸਟਰ ਜਾਂ ਮੰਤਰੀ ਮੰਡਲ। ਮੰਤਰੀ ਮੰਡਲ ਦੇਖੋ ਜੀ, ਹੁਣ ਆਪਣੀ ਸਟੇਟ ਚਲਾਉਣ ਵਾਸਤੇ ਨਾ ਇੱਕ ਤਾਂ ਤੁਹਾਨੂੰ ਸਰਕਾਰ ਦੀ ਲੋੜ ਪੈਂਦੀ ਹੈ। ਤੇ ਉਹ ਸਰਕਾਰ ਦੇ ਵਿੱਚ ਕਿਹੜੇ ਕਿਹੜੇ ਬੰਦੇ ਹੁੰਦੇ ਮੇਨ? ਇੱਕ ਤੁਹਾਡੇ ਹੁੰਦੇ ਆ ਸੀਐਮ ਸਾਹਿਬ ਤੇ ਇੱਕ ਤੁਹਾਡੇ ਹੁੰਦੇ ਆ ਕਾਊਂਸਲ ਆਫ ਮਿਨਿਸਟਰਸ। ਸੀਐਮ ਤੇ ਕਾਊਂਸਲ ਆਫ ਮਿਨਿਸਟਰ। ਕਾਊਂਸਲ ਆਫ ਮਿਨਿਸਟਰ ਤੁਹਾਡੇ ਉਹ ਐਮਐਲਏ ਹੁੰਦੇ ਨੇ, ਉਹ ਐਮਐਲਏ ਹੁੰਦੇ ਆ ਸਟੇਟ ਦੇ ਵਿੱਚ ਜਿਹੜੇ ਸੀਐਮ ਸਾਹਿਬ ਨਾਲ ਮਿਲ ਕੇ ਆਪਣਾ ਸਟੇਟ ਚਲਾਉਂਦੇ ਆ। ਹੁਣ ਦੇਖੋ, ਸਭ ਤੋਂ ਪਹਿਲਾਂ ਆਰਟੀਕਲ 163 ਕੀ ਕਹਿੰਦਾ ਹੈ? 163 ਕਹਿੰਦਾ ਹੈ ਇੱਕ ਮੰਤਰੀ ਮੰਡਲ ਹੋਏਗਾ ਸੀਐਮ ਸਾਹਿਬ ਦੇ ਨਾਲ, ਜਿਹੜਾ ਕਿ ਐਡਵਾਈਜ਼ ਜਾਂ ਹੈਲਪ ਕਰਦਾ ਹੈ ਗਵਰਨਰ ਨੂੰ ਕਿ ਉਹਨੇ ਆਪਣੇ ਫੰਕਸ਼ਨ ਕੰਮਕਾਜ ਕਿੱਦਾਂ ਕਰਨੇ ਹੈ। ਸਿਰਫ ਉਹਨਾਂ ਗੱਲਾਂ 'ਚ ਹੀ ਹੈਲਪ ਕਰੇਗਾ ਜਿੱਥੇ ਗਵਰਨਰ ਦੀ ਆਪਣੀ ਮਰਜ਼ੀ ਨਹੀਂ ਚੱਲਦੀ, ਜਿੱਥੇ ਗਵਰਨਰ ਦੀ ਆਪਣੀ ਮਰਜ਼ੀ ਨਹੀਂ ਚੱਲਦੀ। ਫਿਰ ਆਰਟੀਕਲ ਆਉਂਦਾ ਹੈ 164। ਆਰਟੀਕਲ 164 ਆ ਕਹਿੰਦਾ ਹੈ ਕਿ ਸੀਐਮ ਨੂੰ ਅਪੋਇੰਟ ਕੌਣ ਕਰਦਾ ਹੈ? ਗਵਰਨਰ। ਸੀਐਮ ਨੂੰ ਅਪੋਇੰਟ ਕੌਣ ਕਰਦਾ? ਤੁਹਾਡਾ ਗਵਰਨਰ। ਤੇ ਜਿਹੜੇ ਬਾਕੀ ਮੰਤਰੀ ਹੋ ਗਏ, ਜਿਵੇਂ ਹੁਣ ਆਪਣੇ ਅਨਮੋਲ ਗਗਨ ਮਾਨ ਜੀ ਹੈ, ਹਰਜੋਤ ਬੈਂਸ ਹੈ, ਮਨਮੀਤ ਸਿੰਘ ਹੇਅਰ ਹੈ, ਮੀਤ ਸਿੰਘ ਹੇਅਰ ਨੇ, ਇਹ ਸਾਰੇ ਮੰਤਰੀ ਹੈ ਤੁਹਾਡੇ ਮਾਨ ਸਾਹਿਬ ਦੇ ਨਾਲ। ਇਹਨਾਂ ਮੰਤਰੀਆਂ ਨੂੰ ਅਪੋਇੰਟ ਕਿਹਨੇ ਕੀਤਾ ਵੈ? ਕੀਤਾ ਗਵਰਨਰ ਨੇ ਹੀ ਹੈ, ਬਟ ਕਿਹਦੇ ਕਹਿਣ ਤੇ ਕੀਤਾ? ਸੀਐਮ ਸਾਹਿਬ ਦੇ ਕਹਿਣ ਤੇ। ਤੇ ਮਿਨਿਸਟਰ ਸ਼ੈਲ ਹੋਲਡ ਆਫਿਸ ਡਿਊਰਿੰਗ ਦਾ ਪਲੇਜਰ ਆਫ ਦਾ ਗਵਰਨਰ। ਇਹਦਾ ਮਤਲਬ ਕੀ ਹੈ ਕਿ ਜਿਹੜੇ ਤੁਹਾਡੇ ਮੰਤਰੀ ਮੰਡਲ ਦੇ ਮੰਤਰੀ ਹੋਣਗੇ ਉਹ ਤਦ ਤੱਕ ਹੀ ਆਫਿਸ ਸੰਭਾਲਣਗੇ ਜਦ ਤੱਕ ਗਵਰਨਰ ਚਾਹੇਗਾ। ਹੁਣ ਗਵਰਨਰ ਦੇ ਚਾਹਣ ਦਾ ਮਤਲਬ ਇਹ ਨਹੀਂਗਾ ਕਿ ਉਹ 5 ਸਾਲ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਕੱਢ ਦੇਗਾ। ਗਵਰਨਰ ਉਹਨਾਂ ਨੂੰ ਉਸੇ ਟਾਈਮ ਕੱਢ ਸਕਦਾ ਹੈ ਜਦੋਂ ਆਮ ਆਦਮੀ ਪਾਰਟੀ ਦੇ ਕੋਲ ਮੈਜੋਰਿਟੀ ਨਹੀਂ ਰਹੀ। ਮਤਲਬ ਕਿ ਹੁਣ ਜਿਵੇਂ ਇਸ ਟਾਈਮ ਪ੍ਰੈਜ਼ੈਂਟ 117 ਦੇ ਵਿੱਚੋਂ 92 ਸੀਟ ਹੈ ਨਾ ਆਮ ਆਦਮੀ ਪਾਰਟੀ ਕੋਲ। ਜਦੋਂ ਆਮ ਆਦਮੀ ਪਾਰਟੀ ਕੋਲ 117 ਦਾ ਅੱਧ ਕਿੰਨਾ ਹੋ ਗਿਆ ਤੁਹਾਡਾ? 56। ਜਦੋਂ ਆਮ ਆਦਮੀ ਪਾਰਟੀ ਕੋਲ 56 ਤੋਂ ਘੱਟ ਸੀਟਾਂ ਰਹਿ ਗਈਆਂ ਤਦ ਗਵਰਨਰ ਉਹਨਾਂ ਮੰਤਰੀਆਂ ਨੂੰ ਕਹਿ ਸਕਦਾ ਤੁਸੀਂ ਘਰੇ ਜਾਓ, ਹੁਣ ਸਰਕਾਰ ਦੁਬਾਰਾ ਤੋਂ ਕਿਸੇ ਹੋਰ ਦੀ ਬਣੇਗੀ। ਠੀਕ ਹੈ ਜੀ। ਉਸ ਤੋਂ ਬਾਅਦ ਅਗਲਾ ਪੁਆਇੰਟ, ਜਿਹੜੇ ਤੁਹਾਡੇ ਆਹ ਹੁੰਦੇ ਆ ਮੰਤਰੀ ਹੁੰਦੇ ਆ ਸਾਰੇ ਕਾਊਂਸਲ ਆਫ ਮਿਨਿਸਟਰਸ, ਇਹ ਕਿਹਨੂੰ ਜ਼ਿੰਮੇਵਾਰ ਹੁੰਦੇ ਆ? ਆਰਟੀਕਲ 164 ਦੀ ਗੱਲ ਹੀ ਕਰ ਰਿਹਾ ਹਜੇ ਵੀ ਮੈਂ। ਆਰਟੀਕਲ 164 'ਚ ਲਿਖਿਆ ਗਿਆ ਵੈ ਜਿਹੜੇ ਤੁਹਾਡੇ ਕਾਊਂਸਲ ਆਫ ਮਿਨਿਸਟਰਸ ਹੁੰਦੇ ਹਨ ਇਹ ਜ਼ਿੰਮੇਵਾਰ ਹੁੰਦੇ ਆ ਲੈਜਿਸਲੇਟਿਵ ਅਸੈਂਬਲੀ ਜਾਂ ਵਿਧਾਨ ਸਭਾ ਨੂੰ। ਕਿਹਨੂੰ ਜ਼ਿੰਮੇਵਾਰ ਹੁੰਦੇ ਆ ਜੀ? ਵਿਧਾਨ ਸਭਾ ਨੂੰ ਹੀ ਜ਼ਿੰਮੇਵਾਰ ਹੁੰਦੇ ਹਨ। ਅਗਲਾ, ਟੋਟਲ ਮੰਤਰੀ ਕਿੰਨੇ ਹੁੰਦੇ ਆ? ਦੇਖੋ ਆਹ ਬੜਾ ਇੰਪੋਰਟੈਂਟ ਪੁਆਇੰਟ ਹੈ, ਪੇਪਰ 'ਚ 2-3 ਵਾਰ ਆ ਚੁੱਕਿਆ ਹੈ। ਉਹ ਪੁੱਛਦਾ ਹੈ ਕਿ ਕਾਊਂਸਲ ਆਫ ਮਿਨਿਸਟਰਸ ਦੇ ਵਿੱਚ ਟੋਟਲ ਮੰਤਰੀ ਕਿੰਨੇ ਰੱਖ ਸਕਦੇ ਆ? ਸਾਰੇ ਐਮਐਲਏ ਕਹਿਣਗੇ ਵੀਰੇ ਮੈਂ ਵੀ ਖਾਸ ਹੈ, ਮੈਂ ਵੀ ਖਾਸ ਹੈ, ਮੈਨੂੰ ਆਹ ਡਿਪਾਰਟਮੈਂਟ ਦੇ ਦੇ, ਮੈਨੂੰ ਆਹ ਡਿਪਾਰਟਮੈਂਟ। ਇਸ ਕਰਕੇ 91ਵਾਂ ਸੰਸ਼ੋਧਨ, 91ਵਾਂ ਸੋਧ 2003 ਆਇਆ ਸੀਗਾ, ਉਹਦੇ ਤਹਿਤ ਆਹ ਗੱਲ ਗਈ ਸੀ ਕਿ ਭਈਆ ਜੀ ਜਿਹੜੇ ਕਾਊਂਸਲ ਆਫ ਮਿਨਿਸਟਰ ਦੇ ਵਿੱਚ ਮੰਤਰੀ ਟੋਟਲ ਕਿੰਨੇ ਹੋਣਗੇ? ਇਹ ਹੋਣਗੇ 15% ਆਫ ਟੋਟਲ ਸਟਰੈਂਥ ਆਫ ਵਿਧਾਨ ਸਭਾ। ਟੋਟਲ ਸਟਰੈਂਥ ਆਫ ਵਿਧਾਨ ਸਭਾ। ਹੁਣ ਦੇਖੋ, ਜਿਵੇਂ ਤੁਹਾਡੀ ਵਿਧਾਨ ਸਭਾ ਦੇ ਵਿੱਚ 117 ਸੀਟਾਂ ਹੈ, ਤੁਹਾਡੀ ਵਿਧਾਨ ਸਭਾ ਦੇ ਵਿੱਚ 117 ਸੀਟਾਂ ਹਨ, ਇਹਦਾ 15% ਕਿੰਨਾ ਹੋ ਗਿਆ? ਤੁਸੀਂ ਇਹਨੂੰ 17 ਵੀ ਕਹਿ ਸਕਦੇ ਹੋ ਜਾਂ 18 ਵੀ ਕਹਿ ਸਕਦੇ ਹੋ। ਹੁਣ ਤੁਹਾਡੇ ਸੀਐਮ ਸਾਹਿਬ ਨਾਲ ਟੋਟਲ ਕਿੰਨੇ ਮੰਤਰੀ ਹੋ ਸਕਦੇ? 17 ਜਾਂ 18। ਸੀਐਮ ਸਾਹਿਬ ਨੂੰ ਮਿਲਾ ਕੇ 17 ਜਾਂ 18 ਮੰਤਰੀ ਹੋਣਗੇ। ਠੀਕ ਹੈ ਜੀ। ਇਹ ਹੁਣ ਇਹ ਗੱਲ ਆਪਾਂ ਕਿਹੜੇ ਅਮੈਂਡਮੈਂਟ ਨਾਲ ਐਡ ਕੀਤੀ ਸੀ? 91ਵਾਂ ਅਮੈਂਡਮੈਂਟ 2003। ਪਰ ਘੱਟੋ ਘੱਟ 12 ਤਾਂ ਹੋਣੇ ਹੀ ਚਾਹੀਦੇ ਹੈ। 12 ਮੰਤਰੀ ਤੁਹਾਡੇ ਸੀਐਮ ਸਾਹਿਬ ਨੂੰ ਮਿਲਾ ਕੇ ਤਾਂ ਹੋਣੇ ਹੀ ਚਾਹੀਦੇ ਹਨ। ਠੀਕ ਹੈ ਜੀ। ਤੇ ਜਿਹੜੀ ਸੈਲਰੀਜ਼ ਹੋਣਗੀਆਂ, ਅਲਾਊਂਸਿਸ, ਭੱਤੇ ਵਗੈਰਾ ਹੋਣਗੇ, ਉਹਨੂੰ ਕੌਣ ਡਿਸਾਈਡ ਕਰਦਾ? ਸਟੇਟ ਲੈਜਿਸਲੇਚਰ ਜਾਂ ਤੁਹਾਡੀ ਵਿਧਾਨ ਸਭਾ। ਉਹਨੂੰ ਕੌਣ ਡਿਸਾਈਡ ਕਰਦਾ ਹੈ ਜੀ? ਤੁਹਾਡੀ ਵਿਧਾਨ ਸਭਾ ਡਿਸਾਈਡ ਕਰਦੀ ਹੈ ਕਿ ਕਿਸੇ ਵੀ ਮੰਤਰੀ ਨੂੰ, ਕਿਸੇ ਵੀ ਐਮਐਲਏ ਜਾਂ ਉਹਨੂੰ ਕਿੰਨੇ ਪੈਸੇ ਮਿਲਣਗੇ, ਕਿੰਨੀ ਤਨਖਾਹਾਂ ਮਿਲਣਗੀਆਂ। ਅਗਲਾ ਆਉਂਦਾ ਹੈ ਸੀਐਮ ਸਾਹਿਬ ਦੀ ਡਿਊਟੀ। ਦੇਖੋ ਸੀਐਮ ਸਾਹਿਬ ਦੀ ਡਿਊਟੀਆਂ ਤੁਹਾਡੇ ਕਿਹੜੇ ਆਰਟੀਕਲ 'ਚ ਲਿਖੀ ਗਈਆਂ? ਦੈਟ ਇਜ਼ ਰਿਟਨ ਇਨ ਆਰਟੀਕਲ 167। ਆਰਟੀਕਲ 167 ਇਹਦੇ ਵਿੱਚ ਪਹਿਲੀ ਡਿਊਟੀ ਕੀ ਹੈ?
ਕਿ ਸੀਐਮ ਸਾਹਿਬ ਗਵਰਨਰ ਨੂੰ ਦੱਸਣਗੇ ਉਹਨਾਂ ਸਾਰੇ ਡਿਸੀਜਨਸ ਬਾਰੇ ਜਿਹੜੇ ਕਿ ਕਾਉਂਸਲ ਆਫ ਮਿਨਿਸਟਰਸ ਨੇ ਲਏ ਹਨ ਰਿਲੇਟਿੰਗ ਟੂ ਦ ਸਟੇਟ ਐਂਡ ਪ੍ਰਪੋਜ਼ਲ ਫॉर ਲੈਜਿਸਲੇਸ਼ਨ ਮਤਲਬ ਨਵੇਂ ਕਾਨੂੰਨ ਬਣਾਉਣ ਵਾਸਤੇ ਜੋ ਵੀ ਇਹਨਾਂ ਨੇ ਡਿਸੀਜਨ ਲਏ ਹੈ ਉਹਨਾਂ ਬਾਰੇ ਦੱਸਣਾ। ਨਵੇਂ ਕਾਨੂੰਨ ਬਣਾਉਣ ਵਾਸਤੇ ਜੋ ਵੀ ਡਿਸੀਜਨ ਲਏ ਹੈ ਉਹਨਾਂ ਬਾਰੇ ਦੱਸਣਾ। फिर अगला टू फर्निश सच इंफॉर्मेशन रिलेटिंग टू द एडमिनिस्ट्रेशन ऑफ द अफेयर्स ऑफ द स्टेट मतलब कि ਹੁਣ ਗਵਰਨਰ ਨੇ ਪੁੱਛ ਲੈਣਾ ਕਿ ਹਾਂ ਬਈ ਸਟੇਟ 'ਚ ਆਹ ਕੰਮ ਚੱਲਦਾ ਪਿਆ ਵਾ ਕਿਉਂ ਨਹੀਂ ਚੱਲ ਰਿਹਾ ਉਹਨਾਂ ਬਾਰੇ ਵੀ ਤੁਹਾਡਾ ਗਵਰਨਰ ਸੀਐਮ ਸਾਹਿਬ ਤੋਂ ਇਨਫੋਰਮੇਸ਼ਨ ਲੈ ਸਕਦਾ ਹੈ। ਫਿਰ ਇਫ ਦ ਗਵਰਨਰ ਸੋ ਰਿਕੁਆਇਰਸ ਮਤਲਬ ਕਿ ਅਗਰ ਗਵਰਨਰ ਨੂੰ ਲੱਗਦਾ ਹੈ ਕਿ ਕਿਸੇ ਮੁੱਦੇ ਤੇ ਕਾਉਂਸਲ ਆਫ ਮਿਨਿਸਟਰਸ ਨੇ ਡਿਸੀਜਨ ਤਾਂ ਲੈ ਲਿਆ ਵਾ ਬਟ ਸੌਰੀ ਆਵਾਜ਼ ਕੱਟ ਗਈ ਸੀਗੀ। ਇਹ ਕਹਿ ਰਿਹਾ ਕਿ ਗਵਰਨਰ ਕੀ ਕਰ ਸਕਦਾ ਵਾ ਆਪਣਾ ਕਿਸੇ ਵੀ ਇੱਦਾਂ ਦਾ ਮੁੱਦਾ ਜਿਹੜਾ ਕਿ ਉਹਦੇ ਉੱਪਰ ਹੁਣ ਐਗਜ਼ਾਮਪਲ ਲਵਾਂ ਤੁਹਾਡੇ ਮੈਂ ਕੋਈ ਸ਼ਹਿਰ ਆਪਣੇ ਸਟੇਟ ਦੇ ਵਿੱਚ ਹੀ ਆ ਪੰਜਾਬ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਕੋਈ ਇੱਦਾਂ ਦਾ ਮੁੱਦਾ ਭਖ ਰਿਹਾ ਵਾ ਜਿਹਦੇ ਉੱਪਰ ਕੋਈ ਡਿਸੀਜਨ ਹਜੇ ਤੱਕ ਕਾਉਂਸਲ ਨੇ ਲਿੱਤਾ ਹੀ ਨਹੀਂ ਹੈਗਾ। ਠੀਕ ਹੈ ਕੋਈ ਡਿਸੀਜਨ ਲਿੱਤਾ ਨਹੀਂ ਆ ਤੇ ਉਸ ਤੇ ਫਟਾਫਟ ਡਿਸੀਜਨ ਲਓ ਉਹਦੇ ਲਈ ਵੀ ਉਹ ਮੁੱਦਾ ਗਵਰਨਰ ਆਪਣੇ ਕੋਲ ਬੁਲਾ ਸਕਦਾ ਹੈ। ਹੁਣ ਉਸ ਤੋਂ ਬਾਅਦ ਤੁਹਾਡਾ ਆਉਂਦਾ ਹੈ ਅਗਲਾ ਪੁਆਇੰਟ। ਅਗਲਾ ਕੀ ਹੈ ਆਰਟੀਕਲ 177 ਇਹ ਵੀ ਕਾਫੀ ਇੰਪੋਰਟੈਂਟ ਆਰਟੀਕਲ ਹੈ 177। ਹੁਣ ਇਹਦੇ ਵਿੱਚ ਕੀ ਕਿਹਾ ਗਿਆ ਹੈ ਦੇਖੋ ਆਰਟੀਕਲ 177 'ਚ ਕਿਹਾ ਗਿਆ ਹੈ ਰਾਈਟ ਆਫ ਮਿਨਿਸਟਰਸ ਜਿਹੜੇ ਵੀ ਤੁਹਾਡੇ ਮਿਨਿਸਟਰਸ ਹੈਗੇ ਹੈ ਉਹ ਆਪਣੇ ਆਪਣੇ ਹਾਊਸ 'ਚ ਹੀ ਬੈਠਣਗੇ ਤੇ ਉੱਥੇ ਹੀ ਵੋਟ ਪਾ ਸਕਦੇ ਹੈ। ਇਹ ਬੈਠ ਦੋਨੋਂ ਹਾਊਸ 'ਚ ਸਕਦੇ ਆ ਦੋਨੋਂ ਹਾਊਸ ਦਾ ਮਤਲਬ ਕੀ ਹੈ ਦੇਖੋ ਹਰ ਇੱਕ ਸਟੇਟ ਦੇ ਵਿੱਚ ਨਾ ਵਿਧਾਨ ਸਭਾ ਵੀ ਹੋ ਸਕਦੀ ਹੈ ਤੇ ਵਿਧਾਨ ਪਰਿਸ਼ਦ ਵੀ ਹੋ ਸਕਦੀ ਹੈ। ਦੋ ਘਰ ਵੀ ਹੋ ਸਕਦੇ ਜਿਵੇਂ ਸੈਂਟਰ 'ਚ ਹੈ ਨਾ ਲੋਕ ਸਭਾ ਤੇ ਰਾਜ ਸਭਾ ਉਸੇ ਤਰ੍ਹਾਂ ਆਪਣਾ ਇੱਥੇ ਵਿਧਾਨ ਸਭਾ ਵੀ ਹੋ ਸਕਦੀ ਹੈ ਤੇ ਵਿਧਾਨ ਪਰਿਸ਼ਦ ਵੀ ਹੋ ਸਕਦੀ ਹੈ। ਵਿਧਾਨ ਸਭਾ ਦੇ ਵਿੱਚ ਕੀ ਹੈ ਜਿਹੜਾ ਕੋਈ ਵੀ ਐਮਐਲਏ ਵਿਧਾਨ ਸਭਾ ਦਾ ਮੈਂਬਰ ਹੈ ਉਹ ਵਿਧਾਨ ਪਰਿਸ਼ਦ 'ਚ ਵੀ ਬੈਠ ਸਕਦਾ ਹੈ ਪਰ ਉੱਥੇ ਵੋਟ ਨਹੀਂ ਪਾ ਸਕਦਾ ਉਹ ਸਿਰਫ ਬੈਠ ਸਕਦਾ ਵੈ। ਠੀਕ ਹੈ ਆਹੀ ਆਰਟੀਕਲ 177 'ਚ ਲਿਖਿਆ ਗਿਆ ਵੈ। ਹੁਣ ਇੱਥੇ ਇੱਕ ਗੱਲ ਹੋਰ ਹੈ ਸੰਵਿਧਾਨ ਦੇ ਵਿੱਚ ਕੋਈ ਸਪੈਸੀਫਿਕ ਪ੍ਰੋਸੀਜਰ ਨਹੀਂ ਲਿਖਿਆ ਸਿਲੈਕਸ਼ਨ ਤੇ ਅਪਾਇੰਟਮੈਂਟ ਸੀਐਮ ਦਾ ਬਸ ਆਰਟੀਕਲ 164 ਕਹਿੰਦਾ ਸੀਐਮ ਨੂੰ ਅਪਾਇੰਟ ਕੌਣ ਕਰਦਾ ਗਵਰਨਰ ਕਰਦਾ ਹੈ। ਹੁਣ ਇਹਦਾ ਮਤਲਬ ਇਹ ਨਹੀਂਗਾ ਕਿ ਗਵਰਨਰ ਜਿਹਨੂੰ ਮਰਜ਼ੀ ਨਾਲ ਆਪਣੀ ਮਰਜ਼ੀ ਨਾਲ ਲਗਾ ਦੇਗਾ ਸੀਐਮ ਉਸੇ ਬੰਦੇ ਨੂੰ ਲਗਾ ਸਕਦਾ ਹੈ ਜਿਹਦੀ ਪਾਰਟੀ ਮੈਜੋਰਿਟੀ ਦੇ ਵਿੱਚ ਹੈਗੀ ਹੈ। ਤੇ ਅਗਰ ਕੋਈ ਵੀ ਬੰਦਾ ਐਮਐਲਏ ਹੈ ਨਹੀਂਗਾ ਕੋਈ ਵੀ ਬੰਦਾ ਐਮਐਲਏ ਹੈ ਨਹੀਂਗਾ ਉਹਨੂੰ ਵੀ ਆਪਾਂ ਸੀਐਮ ਬਣਾ ਸਕਦੇ ਹਾਂ 6 ਮਹੀਨੇ ਦੇ ਵਿੱਚ ਬਟ ਉਸ ਬੰਦੇ ਨੂੰ ਫਿਰ ਕਿਤੋਂ ਨਾ ਕਿਤੋਂ ਐਮਐਲਏ ਜਾਂ ਐਮਐਲਸੀ ਦੀ ਸੀਟ ਜਿੱਤ ਕੇ ਆਣੀ ਪਏਗੀ। ਐਮਐਲਏ ਜਾਂ ਐਮਐਲਸੀ ਦੀ ਸੀਟ ਜਿੱਤ ਕੇ ਆਣੀ ਪਏਗੀ ਤੇ ਸਾਰੇ ਤੁਹਾਡੇ ਐਮਐਲਏਜ਼ ਨੂੰ ਸਹੁੰ ਕੌਣ ਚੁਕਾਉਂਦਾ ਹੈ ਆਪਣੇ ਗਵਰਨਰ ਸਾਹਿਬ। ਐਮਐਲਏਜ਼ ਨੂੰ ਸਹੁੰ ਕੌਣ ਚੁਕਾਉਂਦਾ ਹੈ ਜੀ ਆਪਣੇ ਗਵਰਨਰ ਸਾਹਿਬ। ਠੀਕ ਹੈ ਜੀ। ਹੁਣ ਇਸ ਤੋਂ ਬਾਅਦ ਤੁਹਾਡਾ ਅਗਲਾ ਪੁਆਇੰਟ ਦੇਖੋ ਬੜੇ ਧਿਆਨ ਨਾਲ ਹੋਰ ਕੀ ਕੁਐਸਚਨ ਪੁੱਛਦਾ ਵੈ ਇਹਨਾਂ ਦੀ ਸੈਲਰੀਜ਼ ਬਾਰੇ ਤੁਹਾਨੂੰ ਮੈਂ ਦੱਸਦਾ ਸੈਲਰੀਜ਼ ਕੌਣ ਡਿਸਾਈਡ ਕਰੇਗਾ ਤੁਹਾਡੇ ਆਪਣੇ ਸਟੇਟ ਦੀ ਵਿਧਾਨ ਸਭਾ। ਇੱਕ ਕੁਐਸਚਨ ਪੁੱਛਦਾ ਆਰਟੀਕਲ 154 ਵੈਸੇ ਤੁਹਾਨੂੰ ਕਰਵਾਤਾ ਸੀ ਪਿਛਲੀ ਵਾਰ ਪਰ ਇੱਕ ਵਾਰ ਫੇਰ ਯਾਦ ਕਰ ਲਓ। ਆਰਟੀਕਲ 154 'ਚ ਲਿਖੀ ਗਈ ਹੈ ਐਗਜ਼ੀਕਿਊਟਿਵ ਪਾਵਰ ਆਫ ਸਟੇਟ। ਐਗਜ਼ੀਕਿਊਟਿਵ ਪਾਵਰ ਆਫ ਸਟੇਟ ਐਗਜ਼ੀਕਿਊਟਿਵ ਪਾਵਰ ਆਫ ਸਟੇਟ ਦਾ ਮਤਲਬ ਹੈ ਕਿ ਸਟੇਟ ਦੇ ਵਿੱਚ ਜੋ ਵੀ ਸਾਰੇ ਕੰਮ ਹੋਣਗੇ ਕਾਨੂੰਨ ਲਾਗੂ ਕਰਨ ਦੇ ਉਹਦੀ ਪਾਵਰ ਕਿਹਦੇ ਕੋਲ ਹੁੰਦੀ ਹੈ ਗਵਰਨਰ ਕੋਲ। ਉਹਦੀ ਪਾਵਰ ਕਿਹਦੇ ਕੋਲ ਹੁੰਦੀ ਹੈ ਜੀ ਗਵਰਨਰ ਦੇ ਕੋਲ ਹੁੰਦੀ ਹੈ। ਠੀਕ ਹੈ ਜੀ। ਤੇ ਤੁਹਾਨੂੰ ਮੈਂ ਗਵਰਨਰ ਦੀ ਵੈਸੇ ਸੈਲਰੀ ਦੱਸ ਸਕਦਾ ਮੈਨੂੰ ਕਿੰਨੀ ਹੋ ਸਕਦੀ ਯਾਦ ਕਰੋ ਆਪਣੇ ਦਿਮਾਗ 'ਚ ਕਿੰਨੀ ਸੈਲਰੀ ਹੁੰਦੀ ਹੈ 3.5 ਲੱਖ ਰੁਪਇਆ ਮਹੀਨਾ। ਗਵਰਨਰ ਦੀ ਸੈਲਰੀ ਕਿੰਨੀ ਹੁੰਦੀ ਹੈ ਜੀ 3.5 ਲੱਖ ਰੁਪਇਆ ਮਹੀਨਾ ਹੁੰਦੀ ਹੈ ਆਪਣੇ ਗਵਰਨਰ ਸਾਹਿਬ ਦੀ ਸੈਲਰੀ। ਹੁਣ ਨਾ ਇੱਕ ਪੇਪਰ 'ਚ ਕੁਐਸਚਨ ਆਉਂਦਾ ਹੈ ਇੱਕ ਇਹ ਜਿਹਾ ਅਫਸਰ ਹੁੰਦਾ ਹੈ ਇੱਕ ਇਹ ਜਿਹਾ ਸਰਕਾਰੀ ਅਫਸਰ ਹੁੰਦਾ ਹੈ ਉਹਦੇ ਬਾਰੇ ਵੀ ਤੁਹਾਨੂੰ ਮੈਂ ਇਸੇ ਟੌਪਿਕ 'ਚ ਕਰਵਾਉਣਾ ਮੈਂ ਐਡਵੋਕੇਟ ਜਨਰਲ ਆਫ ਸਟੇਟ। ਐਡਵੋਕੇਟ ਜਨਰਲ ਆਫ ਸਟੇਟ ਦੇਖੋ ਐਡਵੋਕੇਟ ਜਨਰਲ ਆਫ ਸਟੇਟ ਦਾ ਮਤਲਬ ਕੀ ਹੈ ਪੰਜਾਬ ਗਵਰਨਮੈਂਟ ਦਾ ਸਰਕਾਰੀ ਵਕੀਲ। ਐਡਵੋਕੇਟ ਜਨਰਲ ਸਟੇਟ ਦਾ ਮਤਲਬ ਹੁੰਦਾ ਸਰਕਾਰੀ ਵਕੀਲ ਕਿਹਨਾਂ ਦਾ ਕਿਸੇ ਵੀ ਰਾਜ ਸਰਕਾਰ ਦਾ। ਇਹਦਾ ਦਫ਼ਤਰ ਆਉਂਦਾ ਹੈ ਆਰਟੀਕਲ 165 ਆਰਟੀਕਲ 165 ਦੇ ਵਿੱਚ। ਹੁਣ ਇਹਦਾ ਕੰਮ ਕੀ ਹੁੰਦਾ ਵਾ ਪਹਿਲੀ ਗੱਲ ਤਾਂ ਇਹਨੂੰ ਅਪੋਇੰਟ ਕਰਦਾ ਗਵਰਨਰ ਸਾਹਿਬ ਆਪਣੇ ਸਟੇਟ। ਅੱਛਾ ਆਪਣੇ ਸਟੇਟ ਦੇ ਗਵਰਨਰ ਹੈਗੇ ਨੇ ਪੰਜਾਬ ਦੇ ਬਨਵਾਰੀ ਲਾਲ ਪੁਰੋਹਿਤ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਤੇ ਆਪਣੀ ਸਟੇਟ ਦਾ ਐਡਵੋਕੇਟ ਜਨਰਲ ਕੌਣ ਹੈ ਵਿਨੋਦ ਘਈ। ਵਿਨੋਦ ਘਈ। ਹੁਣ
ਗਵਰਨਰ ਕਿਹਨੂੰ ਅਪੋਇੰਟ ਕਰਦਾ ਹੈ? ਐਡਵੋਕੇਟ ਜਨਰਲ ਨੂੰ। ਤੇ ਇਹਦੀ ਸੈਲਰੀਜ਼ ਰੈਮਿਊਨਰੇਸ਼ਨ ਕਹਿੰਦੇ ਸੈਲਰੀਜ਼ ਵਗੈਰਾ, ਇਹਦੀ ਸੈਲਰੀਜ਼ ਵਗੈਰਾ ਕੌਣ ਡਿਸਾਈਡ ਕਰਦਾ ਹੈ? ਗਵਰਨਰ ਸਾਹਿਬ ਹੀ ਡਿਸਾਈਡ ਕਰਦੇ ਆ, ਠੀਕ ਹੈ। ਤੇ ਗਵਰਨਰ ਜਦੋਂ ਤੱਕ ਚਾਹੇਗਾ ਤਦ ਤੱਕ ਹੀ ਐਡਵੋਕੇਟ ਜਨਰਲ ਆਪਣੀ ਸੀਟ ਤੇ ਰਹੇਗਾ। ਜਦੋਂ ਗਵਰਨਰ ਨੇ ਕਿਹਾ ਤੁਸੀਂ ਘਰ ਚਲੇ ਜਾਓ ਤੇ ਘਰ ਚਲੇ ਜਾਣਗੇ ਆਫਿਸ ਛੱਡ ਕੇ ਆਪਣਾ। ਮਤਲਬ ਕਿ ਜਦੋਂ ਤੱਕ ਗਵਰਨਰ ਚਾਹੁੰਦਾ ਤਦ ਤੱਕ ਹੀ ਐਡਵੋਕੇਟ ਜਨਰਲ ਆਪਣੀ ਕੁਰਸੀ ਤੇ ਰਹਿੰਦਾ ਹੈ। ਉਸ ਤੋਂ ਬਾਅਦ ਅਗਲਾ ਪੁਆਇੰਟ ਯਾਦ ਰੱਖਣਾ, ਐਡਵੋਕੇਟ ਜਨਰਲ ਇੱਕ ਇੱਦਾਂ ਦਾ ਬੰਦਾ ਹੈ ਜਿਹੜਾ ਦੋਨੋਂ ਘਰਾਂ 'ਚ ਬਹਿ ਸਕਦਾ ਹੈ, ਵਿਧਾਨ ਸਭਾ 'ਚ ਵੀ ਬੈਠ ਸਕਦਾ ਹੈ ਤੇ ਵਿਧਾਨ ਪਰਿਸ਼ਦ 'ਚ ਵੀ ਬਹਿ ਸਕਦਾ ਹੈ। ਵਿਧਾਨ ਸਭਾ ਤੇ ਵਿਧਾਨ ਪਰਿਸ਼ਦ 'ਚ ਬਹਿ ਸਕਦਾ ਹੈ, ਪਰ ਉੱਥੇ ਬੈਠ ਕੇ ਵੋਟ ਨਹੀਂ ਪਾ ਸਕਦਾ, ਕਿਸੇ ਵੀ ਜਗ੍ਹਾ ਤੇ ਵੋਟ ਨਹੀਂ ਪਾ ਸਕਦਾ, ਸਿਰਫ ਬਹਿ ਕੇ ਬਹਿਸ ਨੂੰ ਸੁਣ ਸਕਦਾ। ਠੀਕ ਹੈ ਜੀ। ਹੁਣ ਜਿਹੜੇ ਤੁਹਾਡੇ ਆਹ ਹੈਗਾ ਵਾ ਆਪਣੇ ਐਡਵੋਕੇਟ ਜਨਰਲ, ਇਹ ਸਟੇਟ ਦੇ ਕਿਸੇ ਵੀ ਕੋਰਟ ਵਿੱਚ ਜਾ ਕੇ ਸਟੇਟ ਦੇ ਕਿਸੇ ਵੀ ਕੋਰਟ ਦੇ ਵਿੱਚ ਜਾ ਕੇ ਆਪਣੀ ਪੇਸ਼ੀ ਪਾ ਸਕਦਾ ਹੈ ਤੇ ਉੱਥੇ ਕੇਸ ਲੜ ਸਕਦਾ ਹੈ ਇਹ। ਠੀਕ ਹੈ ਜੀ। ਥੈਂਕ ਯੂ। ਇਹ ਸੀ ਆਪਣਾ ਅੱਜ ਦਾ ਲੈਕਚਰ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਏਗਾ। ਈਜ਼ੀ ਟੌਪਿਕ ਸੀ ਇਹ ਯਾਰ, ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਕਰਾਏ ਸਾਰੇ ਟੌਪਿਕਸ ਮੈਂ ਇਹ। ਤੇ ਆਈ ਹੋਪ ਅਗਰ ਕੋਈ ਡਾਊਟ ਹੈ ਤੁਸੀਂ ਮੈਨੂੰ ਜਦੋਂ ਮਰਜ਼ੀ ਤੁਹਾਨੂੰ ਨੰਬਰ ਦਿੱਤਾ ਹੀ ਹੋਇਆ, ਕਦੇ ਵੀ ਪੁੱਛ ਸਕਦੇ ਹੋ। ਥੈਂਕ ਯੂ ਵੈਰੀ ਮਚ।